ਪ੍ਰੋਗਰਾਮ ਮੁੱਦਾ ਯੂਐਸਏ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਮੁੱਦਾ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਪਾਲਿਸੀਆਂ ਦੀ, ਔਰ ਗੱਲਬਾਤ ਸਾਡੇ ਨਾਲ ਕਰਨਗੇ ਰਣਵੀਰ ਤਰੇਹਨ ਜੀ। ਰਣਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰਣਵੀਰ ਤਰੇਹਨ ਜੀ ਬਾਰੇ ਸਾਡੇ ਦਰਸ਼ਕਾਂ ਨੇ ਸ਼ਾਇਦ ਪਹਿਲਾਂ ਵੀ ਉਹਨਾਂ ਨੂੰ ਯਾਦ ਹੋਵੇ ਕਿ ਅਸੀਂ ਇੱਥੋਂ ਦੀਆਂ 2020 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਚੋਣਾਂ ਦੇ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਸੀ। ਜਿਵੇਂ ਇਹਨਾਂ ਦਾ ਤਾਰਫ ਰਸਮੀ ਤੌਰ 'ਤੇ ਕਰਵਾਉਣਾ ਹੋਵੇ ਤਾਂ ਸੰਨ 1964 ਦੇ ਵਿੱਚ ਅਮਰੀਕਾ 'ਚ ਆ ਕੇ ਇਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਅਪਣਾਇਆ, ਲਗਾਤਾਰ ਉਹਦੇ ਨਾਲ ਕੰਮ ਕਰਦੇ ਰਹੇ। ਪੇਸ਼ੇ ਵਜੋਂ ਇੱਕ ਇਲੈਕਟ੍ਰਿਕ ਇੰਜੀਨੀਅਰ ਅਤੇ ਇੱਥੇ ਕੰਪਿਊਟਰ ਨੈਟਵਰਕਿੰਗ ਦੇ ਵਿੱਚ ਵੱਡਾ ਨਾਂ ਬਣਾਇਆ। ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੀਡੈਂਟ ਦੇ ਉਹ ਐਡਵਾਈਜ਼ਰ ਦੇ ਤੌਰ 'ਤੇ ਵੀ ਕੰਮ ਕਰ ਚੁੱਕੇ ਨੇ। ਔਰ ਸਭ ਤੋਂ ਜਿਹੜੀ ਵਿਸ਼ੇਸ਼ ਗੱਲ ਹੈ ਕਿ ਉਹ ਓਬਾਮਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੌਨ ਆਫ ਕੈਨੇਡੀ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਟਰਸਟੀ ਦੇ ਤੌਰ 'ਤੇ ਵੀ ਇਸ ਪ੍ਰਸ਼ਾਸਨ ਦੇ ਨਾਲ ਕੰਮ ਕਰ ਚੁੱਕੇ ਨੇ। ਰਣਵੀਰ ਜੀ, ਅਕਤੂਬਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ। ਤੁਸੀਂ ਕਾਫੀ ਸਾਰੀਆਂ ਗੱਲਾਂ ਕਹੀਆਂ ਸੀ ਉਦੋਂ, ਔਰ ਉਹ ਤੁਹਾਡੀ ਭਵਿੱਖਬਾਣੀ ਬੜੀ ਸੱਚੀ ਸਾਬਤ ਹੋਈ। ਚਾਹੇ ਉਹ ਨੀਤੀਆਂ ਬਾਰੇ ਸੀ ਪ੍ਰੈਜ਼ੀਡੈਂਟ ਟਰੰਪ ਦੀਆਂ, ਜਾਂ ਬਾਈਡਨ ਉਦੋਂ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਇਹਨਾਂ ਦੇ ਕੰਮਕਾਜ ਬਾਰੇ ਸੀ। ਅੱਜ ਮੌਜੂਦਾ ਸਿਚੁਏਸ਼ਨ ਦੇ ਵਿੱਚ ਇਸੇ ਚੀਜ਼ ਦੇ ਬਾਰੇ ਜੇ ਮੈਂ ਤੁਹਾਨੂੰ ਸਵਾਲ ਪੁੱਛਣਾ ਹੋਵੇ ਕਿ ਹੁਣ ਤੁਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਅਜੇ ਵੀ ਰਿਪਬਲਿਕਨ ਪਾਰਟੀ ਦੇ ਲੀਡਰ ਵਜੋਂ ਅਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਇਸ ਵੇਲੇ 100 ਦਿਨਾਂ ਤੋਂ ਉੱਪਰ ਹੋ ਗਿਆ ਹੈ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤਾਂ ਮੇਰਾ ਤਾਂ ਖਿਆਲ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਗੈਟਸ A+, ਸਭ ਕੁਝ ਫਸਟ ਕਲਾਸ ਕੰਮ ਕਰ ਰਹੇ ਨੇ। ਸਭ ਤੋਂ ਇੰਪੋਰਟੈਂਟ ਗੱਲ ਸੀ ਕਰੋਨਾ ਵਾਇਰਸ ਦੀ, ਐਂਡ ਬੜੀ ਚੰਗੀ ਤਰ੍ਹਾਂ ਕੰਟਰੋਲ ਚਲਾਤਾ ਹੈ। ਪਲਾਨਸ ਬਣਾਏ ਨੇ, ਮਸ਼ੀਨਰੀ ਪੁੱਟ ਟੂਗੇਦਰ ਕੀਤੀ ਹੈ ਸਾਰੇ ਦੇਸ਼ ਦੀ। ਤਕਰੀਬਨ ਅੱਧੇ ਕੁ ਬੰਦੇ ਇਸ ਦੇਸ਼ ਦੇ ਵੈਕਸੀਨੇਟ ਹੋ ਚੁੱਕੇ ਨੇ। ਅਗਰ 15-20% ਹੋਰ ਹੋ ਜਾਣ ਤਾਂ ਫਤਿਹ ਹੋ ਗਈ। ਸੋ ਸਭ ਤੋਂ ਇੰਪੋਰਟੈਂਟ ਗੱਲ। ਦੂਸਰੀ ਗੱਲ, ਇੰਟਰਨੈਸ਼ਨਲੀ ਦੇਖੋ ਪੈਰਿਸ ਅਕੋਰਡ ਵਿੱਚ ਰੀਜੁਆਇਨ ਕਰ ਲਿਆ, WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਰੀਜੁਆਇਨ ਕਰ ਲਿਆ। ਈਰਾਨ ਟਾਕਸ ਕਰ ਰਹੇ हैं टू सी अगर दोबारा ठीक ठाक ज्वाइन कर सकन ना कर सकन, क्योंकि ईरान का बिहेवियर भी देखना पएगा। और मोस्ट इंपॉर्टेंटली मेरा ख्याल है कि ये नहीं कि शहनशाह की तरह सवेरे उठ के अज ये कर दो, फील्ड मार्शल की तरह अज वो कर दो। यू नो, बाइडन जनता के नौकर हैं, जनता के सेवक हैं, और हर रोज़ सवेरे उठ के ये सोचते हैं मैं देश का की भला कर सकता, दुनिया का की भला कर सकता, होर देशों नाल किस तरह संजोग कर सकता, ये देश के लोगों को किस तरह यूनाइट कर सकता है रादर दैन डिवाइड कर सकता है। हेटरड नू डिसमिस करो और शांति और कोऑपरेशन सब तो अगे ले आओ। सो ये चीज़ां और सारी कुछ देश दियां अच्छे दिन आ गए हैं। जिस तरह मोदी साहब कहते थे अच्छे दिन आ गए ने, इत्थे अच्छे दिन आ गए ने। हुण ट्रंप साहब बड़े बड़े चालाक बंदे हैं, और उन्होंने इलैक्शन हार के उस गुस्से विच, लोगों के गुस्से विच 200-250 मिलियन इकट्ठे कर लेने, और हुण ਉਹ 200-250 ਮਿਲੀਅਨ ਦਾ ਜਿਹੜਾ ਹੈਗਾ ਕੰਟਰੋਲ ਕਿੱਥੇ ਕਿਸ ਇਲੈਕਸ਼ਨ ਨੂੰ ਦੇਣਾ, ਕਿਸ ਕੈਂਡੀਡੇਟ ਨੂੰ ਨਹੀਂ ਦੇਣਾ, ਕਿਸ ਕੈਂਡੀਡੇਟ ਦੇ ਅਗੇਂਸਟ ਦੇਣਾ। ਇਸ ਵਾਸਤੇ ਇੱਕ ਰਿਪਬਲਿਕਨ ਪਾਰਟੀ ਉਹਨਾਂ ਤੋਂ ਘਬਰਾਈ ਪਈ ਹੈ, ਔਰ ਉਹਨਾਂ ਦੇ ਗ੍ਰਿਪ ਵਿੱਚ ਹੈਗੀ। ਔਰ ਮੇਰਾ ਆਪਣਾ ਖਿਆਲ ਹੈ ਕਿ ਅਮਰੀਕਨਸ ज़्यादा स्मार्ट हैं, और मेरे ख्याल है ट्रंप led Republican Party will lose again and lose more, but you never know। मन तो शर्म आती है कहते हुए कि 75 मिलियन लोगों ने ट्रंप वास्ते वोट किया। मन डिसअपॉइंटमेंट आती है, पजलमेंट आती है, एक बंदे ने क्यों वोट किया उन्होंने वास्ते। उन्होंने अपना रिकॉर्ड देख के, पर्सनल लाइफ देख के, पॉलिसीज़ देख के, अमाउंट ऑफ हार्ड वर्क देख के, सो टू अ सर्टन एक्सटेंट मैं थोड़ी डिसअपॉइंटमेंट होंगी है कि इस देश इन्ने लोग हाले भी, और मे बी हाले भी 75 मिलियन नहीं है, मे बी 60 मिलियन है, लेकिन बहुत लोग हाले भी उन्होंने सपोर्ट कर देने। और आई होप मोर पीपल चेंज देयर माइंड।
ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ ਆ, ਉਹ ਬਾਅਦ ਚ ਕਰਦੇ ਆ, ਕਿਉਂਕਿ ਮੋਦੀ ਸਾਹਿਬ ਨੇ ਜਿਹੜਾ ਉਦੋਂ ਵੀ 4 more years ਫॉर ਟਰੰਪ ਦਾ ਨਾਅਰਾ ਲਾਇਆ ਸੀ। ਇਹਦੇ ਬਾਰੇ ਗੱਲ ਕਰਾਂਗੇ ਜਦੋਂ ਆਪਾਂ ਉਹਨਾਂ ਦੀ ਫੋਰਨ ਪਾਲਿਸੀ ਜਾਂ ਇੰਡੋ US ਰਿਲੇਸ਼ਨ ਦੀ ਗੱਲ ਕਰਾਂਗੇ। ਤੁਸੀਂ ਫੋਰਨ ਪਾਲਿਸੀ ਨੂੰ ਥੋੜ੍ਹਾ ਜਿਹਾ ਟੱਚ ਕੀਤਾ ਹੈ, ਤੁਹਾਨੂੰ ਕੀ ਲੱਗਦਾ ਹੈ ਜਿਹੜੀਆਂ ਇਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਤੁਸੀਂ ਇਹ ਗਿਣਾਏ ਨੇ ਕਿ WHO ਨੂੰ ਜੁਆਇਨ ਕਰ ਲਿਆ, ਪੈਰਿਸ ਅਕੋਰਡ ਨੂੰ ਜੁਆਇਨ ਕਰ ਲਿਆ, ਈਰਾਨ ਦੇ ਨਾਲ ਅਜੇ ਕਸ਼ਮਕਸ਼ ਚੱਲ ਰਹੀ ਆ, ਤੁਸੀਂ ਸਾਊਥ ਏਸ਼ੀਆ ਦੇ ਵਿੱਚ ਜੇ ਆਪਾਂ ਜਾਈਏ ਤਾਂ ਉੱਥੇ ਅਫਗਾਨਿਸਤਾਨ 'ਚੋਂ ਫੌਜਾਂ ਕੱਢਣ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਜਿਹੜਾ ਟ੍ਰਿਕੀ ਕੁਐਸਚਨ ਹੈ ਜੀ, ਦੇਖੋ ਜੀ 20 ਸਾਲ ਹੋ ਗਏ ਉੱਥੇ ਐਂਡ 20 ਸਾਲ ਤੋਂ ਹੁਣ ਕਮ ਸੇ ਕਮ 5-7 ਸਾਲ ਤੋਂ ਅਮਰੀਕਨ ਪ੍ਰੈਜ਼ੀਡੈਂਟਸ ਕਹਿ ਰਹੇ ਨੇ ਕਿ ਅਸੀਂ ਕੱਢਾਂਗੇ ਆਪਣੀ ਸਾਰੀ ਫੌਜਾਂ ਨੂੰ। ਸੋ ਅਲਟੀਮੇਟਲੀ ਹੀ ਇਜ਼ ਟੇਕਿੰਗ ਅ ਬੋਲਡ ਸਟੈਪ। ਇਟ ਇਜ਼ ਅ ਰਿਸਕੀ ਸਟੈਪ, ਲੇਕਿਨ ਮੇਰਾ ਆਪਣਾ ਇਹ ਖਿਆਲ ਹੈ ਕਿ ਉਹਨਾਂ ਨੇ ਸੀ ਬੇਸਡ ਔਰ ਹੋਰ ਦੇਸ਼ਾਂ ਵਿੱਚ ਇਨਫ ਫਾਇਰ ਪਾਵਰ ਰੱਖਣਗੇ, 에ਅਰ ਸਪੋਰਟ ਰੱਖਣਗੇ ਤਾਂ ਕਿ ਅਗਰ ਜ਼ਰੂਰਤ ਪਵੇ ਅਮਰੀਕਾ ਵਿਲ ਪ੍ਰੋਵਾਈਡ ਆਲ दैट एंड आई होप इट डजेंट हैपन। लेकिन अगर ज़्यादा अगर अफ़गानिस्तान ज़्यादा प्रॉब्लम आया, अमेरिकन फोर्सेस may have to go back, you know, that is a possibility. So that is one risky step he has taken, but you know it's something that he had promised, and President Obama had promised, and for that matter even Trump had promised. So you know ਕਿਸੇ ਵੇਲੇ ਤੱਕ ਕਰਨ ਦਾ ਕੋਸ਼ਿਸ਼ ਕਰਨਗੇ। ਔਰ ਮੇਰਾ ਆਪਣਾ ਇਹ ਖਿਆਲ ਹੈ ਦੂਸਰਾ ਕਿ ਜਦੋਂ ਤੁਸੀਂ ਸਪੋਰਟ ਕੱਢੋਗੇ and you support financially and you know in advisor capacity the Ghani government, hopefully they will stand more on their feet and they will get stronger. Sometimes you get stronger ਜਦੋਂ ਕਿ ਜ਼ਰੂਰਤ ਪਏਗੀ। so tricky, not easy, and you know, and the other policy that I am not totally in agreement with the Biden administration is they have to be a little more strict on the border, southern border. You know, they have to be humane, they have to take care of children, they have to take care of what is lawful, but they have to be a little more strict so encouragement na hoਵੇ ਲੋਕਾਂ ਨੂੰ ਕਿ you can walk into America. ਉਹਨਾਂ ਨੇ ਕਮਲਾ ਹੈਰਿਸ ਨੂੰ ਇਹ ਰਿਸਪੌਂਸਿਬਿਲਿਟੀ ਦਿੱਤੀ ਆ ਪ੍ਰੈਜ਼ੀਡੈਂਟ ਬਾਈਡਨ ਨੇ ਕਿ ਉਹ ਟੇਕ ਕੇਅਰ ਕਰਨ। ਜਿਸ ਤਰ੍ਹਾਂ ਨਾਲ ਇੱਕਦਮ ਫਲੋ ਹੋਇਆ ਸੀ, ਜਿਸ ਤਰ੍ਹਾਂ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੁਐਸਚਨ ਚੁੱਕੇ ਗਏ ਕਿ ਬੱਚਿਆਂ ਦੀ ਟੇਕ ਕੇਅਰ ਨਹੀਂ ਕੀਤੀ ਜਾ ਰਹੀ, ਸੋ ਇਹਦੇ ਬਾਰੇ ਤੁਸੀਂ ਖੁਦ ਹੀ ਗੱਲ ਦੱਸ ਦਿੱਤੀ ਕਿ ਇਟ ਸ਼ੁੱਡ ਪੇ ਮੋਰ ਅਟੈਂਸ਼ਨ ਟੂ ਦੋਜ਼ ਥਿੰਗਸ। ਹਾਂਜੀ, that is an area again. But you know 90% what President Biden is doing, I am so happy about it. So you know ਹਰ ਇੱਕ ਐਡਮਿਨਿਸਟ੍ਰੇਸ਼ਨ ਵਿੱਚ ਕੁਛ ਤਾਂ ਪ੍ਰੋਬਲਮਸ ਹੋਣਗੀਆਂ, ਇਹ ਤਾਂ you know this is life. ਆਪਾਂ ਇਸੇ ਗੱਲ ਨੂੰ ਹੀ ਅੱਗੇ ਤੋਰਦੇ ਹਾਂ। ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਇਸ ਵੇਲੇ ਨੀਤੀਆਂ ਨੇ ਉਹਨਾਂ ਦੇ ਵਿੱਚ ਹੁਣ ਉਹ ਇਨਫਰਾਸਟ੍ਰਕਚਰ ਦੀ ਗੱਲ ਕਰ ਰਹੇ ਨੇ। ਬੜਾ ਵੱਡਾ ਉਹਨਾਂ ਨੇ ਕਨਸੈਪਟ ਜਿਹੜਾ ਲਿਆਂਦਾ ਸਾਹਮਣੇ, ਨੈਗੋਸੀਏਸ਼ਨ ਚੱਲ ਰਹੀਆਂ ਨੇ। ਤੁਸੀਂ ਖੁਦ ਇੰਜੀਨੀਅਰ ਰਹੇ ਹੋ ਔਰ ਤੁਸੀਂ ਇਹ ਨੈਟਵਰਕਿੰਗ ਦੇਖਿਆ ਹੈ, ਬਟ ਹਾਊ ਯੂ ਸੀ ਕਿ ਇਹਨਾਂ ਦਾ ਜਿਹੜਾ ਇਸ ਵੇਲੇ ਇਨਫਰਾਸਟ੍ਰਕਚਰ ਦਾ ਇਹ ਪੈਕੇਜ ਮੰਗ ਰਹੇ ਨੇ, ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, ਮੇਰੇ ਖਿਆਲ ਹੈ ਇਨਫਰਾਸਟ੍ਰਕਚਰ ਇੰਪਰੂਵਮੈਂਟਸ ਵਾਸਤੇ there is support among Democrats and Republicans, and more importantly among the people of the country. ज़बरदस्त support हैगा, definitely infrastructure pass होएगा। The question है कि what will be included in it and how large will it be? That is the question. So my guess is कि it will be probably about $1 trillion. It will probably be bipartisan, and it will probably include you know roads, bridges, airports, highways, what else, electric grid, broadband. ਮੇਰਾ ਖਿਆਲ ਹੈ ਇਹ ਚੀਜ਼ਾਂ ਇੰਕਲੂਡ ਹੋਣਗੀਆਂ। ਜਿਹੜੇ ਹਿਊਮਨ ਸਪੋਰਟ ਸੀਗਾ, ਹਿਊਮਨ ਰਿਸੋਰਸਿਸ ਸਪੋਰਟ ਆਈਟਮਸ ਆ ਉਹਦੇ ਵਿੱਚ ਜਿਹੜੀ ਐਲਡਰਲੀ ਕੇਅਰ ਵਗੈਰਾ ਗਾ, ਉਹ ਮੇਰਾ ਖਿਆਲ ਹੈ ਸ਼ਾਇਦ ਇੰਕਲੂਡ ਨਾ ਹੋਣ। ਲੇਟਲੀ ਜਿਹੜਾ ਸਾਈਬਰ ਅਟੈਕ ਹੋ ਰਹੇ ਨੇ, ਲੋਕਾਂ ਨੂੰ ਤੇਲ ਖਤਮ ਹੋ ਗਿਆ ਖਾਸ ਕਰਕੇ ਆਪਣੇ ਇਸ ਏਰੀਏ ਦੇ ਵਿੱਚ, ਅਜੇ ਤੱਕ ਵਾਪਸ ਨਹੀਂ ਪੂਰੀ ਤਰ੍ਹਾਂ ਨਾਲ ਸਪਲਾਈ ਬਹਾਲ ਹੋ ਸਕੀ, ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, ਮੈਂ ਹੁਣ ਐਕਸਪਰਟ ਤਾਂ ਰਿਹਾ ਨਹੀਂ, ਮੈਂ ਰਿਟਾਇਰਡ ਆਦਮੀ ਹਾਂ, ਸੋ ਹਰ ਇੱਕ ਚੀਜ਼ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਇੰਨੀ ਅਕਲ ਹੈਗੀ ਕਿ there should be stronger
you know, एंटी साइबर अटैक सॉफ्टवेयर एक चीज़ दूसरी चीज़ इंपॉर्टेंट नेटवर्क जिस तरह साढ़े DOD नेटवर्क्स हैं डिपार्टमेंट ऑफ डिफेंस नेटवर्क्स हैं they are not connected to the internet, so important networks perhaps should not be connected to the internet. You know, you should have separate networks. थोड़े से ज़्यादा expensive होंगे, but you have dedicated networks for, say, electricity, for instance. So it does not go on the internet, which is cheaper. So वो करना पड़ेगा. So some isolation of networks, some stronger software, more manpower. And also, I think you have to put pressure on the countries from where these things are coming from. क्योंकि रशिया वगैरह तो जो ईस्टर्न यूरोपियन कंट्रीज आंदा है मनु तो लगता है कि एटलीस्ट दोज कंट्रीज आर अवेयर ऑफ इट द गवर्नमेंट्स आर अवेयर ऑफ व्हाट द हेल इज गोइंग ऑन यू नो दे मे नॉट बी डूइंग इट but I think they are aware of it and they're looking away just like the Pakistani government looks away sometimes when what ICS does, ISI does, you know. So I think some of that is going on here and that all those things have to be done. It's a coordinated effort. ਪਿਛਲੀ ਵਾਰੀ ਜਦੋਂ ਆਪਾਂ ਗੱਲ ਕੀਤੀ ਸੀ ਉਦੋਂ ਇੰਡੀਅਨ ਕਮਿਊਨਿਟੀ ਰਿਪਬਲਿਕਨ ਪਾਰਟੀ ਵੱਲ ਝੁਕਾਅ ਹੋ ਗਿਆ ਸੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ 6 ਜਨਵਰੀ ਦੀਆਂ ਘਟਨਾਵਾਂ ਖਾਸ ਕਰਕੇ ਜਿਹੜੀਆਂ ਕੈਪੀਟਲ ਤੇ ਜਿਸ ਤਰ੍ਹਾਂ ਦੀਆਂ ਵਾਪਰੀਆਂ ਨੇ ਉਸ ਤੋਂ ਬਾਅਦ ਹੁਣ ਦੁਬਾਰਾ ਸੋਚ ਰਹੇ ਨੇ ਕਿ ਜੇ ਪ੍ਰੈਜ਼ੀਡੈਂਟ ਟਰੰਪ ਲੀਡ ਕਰਦੇ ਨੇ GOP ਨੂੰ ਤੇ ਸ਼ਾਇਦ ਲੋਕ ਉਹ ਉਨੇ ਐਕਟਿਵ ਨਾ ਹੋਣ ਜਿਹੜੀਆਂ ਕੋਸ਼ਿਸ਼ਾਂ ਡੈਮੋਕ੍ਰੈਟਿਕ ਪਾਰਟੀ ਵੱਲੋਂ ਖਾਸ ਕਰਕੇ ਭਾਰਤੀ ਭਾਈਚਾਰੇ ਨੂੰ ਜਿਹੜਾ ਝੁਕਾਅ ਰਿਪਬਲਿਕਨ ਪਾਰਟੀ ਵੱਲ ਹੋ ਗਿਆ ਸੀ ਉਹਨੂੰ ਲਿਆਉਣ ਲਈ ਹੋਰ ਕੀ ਕਰਨਾ ਚਾਹੀਦਾ ਤੇ ਹੁਣ ਕੀ ਹੋ ਰਿਹਾ ਹੈ ਸੋ ਪਹਿਲੀ ਗੱਲ ਤਾਂ ਹੈ ਜੀ ਅਗਰ ਤੁਸੀਂ ਪਗੜੀ ਪਾਉਂਦੇ ਹੋ ਬਰਾਊਨ ਸਕਿਨਡ ਹੋ ਐਕਸੈਂਟ ਹੈਗਾ you don't belong in the Republican Party. Simple ji gall hai manu ta. Republican Party is not for multiculturalism. It is for white, in fact not only white, Northern European white race and culture. And people like Pompeo have stated it. Cruz has stated it. बड़े leader ने state किया है, but more than that, their actions are such. So मनु ये तो समझ नहीं आती how any Indian ਮੈਨੂੰ ਯਾਦ ਹੈ ਇੱਕ ਵਾਰ ਮਿਸਿਸ ਪੰਡਿਤ ਕੋਲ ਬੈਠਾ ਸੀਗਾ 1984 ਵਿੱਚ ਉਹਨਾਂ ਦੇ ਘਰ ਦੇਹਰਾਦੂਨ 'ਚ ਐਂਡ ਮੈਂ ਕਿਹਾ ਕਹਿੰਦੇ ਕਿ ਹਾਊ ਇਜ਼ ਥਿੰਗਸ ਇਨ ਅਮਰੀਕਾ ਮੈਂ ਕਿਹਾ ਠੀਕ ਹੈ ਕਹਿੰਦੇ ਹਾਊ ਕੈਨ ਦੇ ਵੀ ਠੀਕ ਹੈ ਰੇਗਨ ਇਜ਼ ਇਨ ਚਾਰਜ ਹੀ ਇਜ਼ ਨਾਟ ਗੁੱਡ ਫॉर ਬਰਾਊਨ ਪੀਪਲ ਸੋ ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿਉਂ ਕੋਈ ਵੀ ਹਿੰਦੁਸਤਾਨੀ ਰਿਪਬਲਿਕਨ ਹੁੰਦਾ ਲੇਕਿਨ ਆਈ ਨੋ ਸਮ ਵੈਰੀ ਰਿਚ ਪੀਪਲ they are only worried about taxes. They are narrow-minded, narrow-sighted, near-sighted. So, apart from that, the Biden administration is going to look at immigration, look at things more humanely. They're going to do things even about, they have already done something, relaxed some things on H-1B visas. So, they're going to look at a more inclusive country than the Trump administration ever would with Stephen Miller basically running the show under Trump. So, you know, everything I look at, things are better. ਜੀ ਬਹੁਤ ਸਾਰੀਆਂ ਗੱਲਾਂ ਨੇ ਤ੍ਰਿਨ ਸਾਹਿਬ ਨਾਲ ਜਿਨ੍ਹਾਂ ਨੇ ਸਨ 64 ਤੋਂ ਲੈ ਕੇ ਹੁਣ ਤੱਕ ਲੰਮਾ ਸਮਾਂ ਵੱਖ-ਵੱਖ ਇੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਕੰਮ ਕੀਤਾ ਹੈ ਇਹਦੇ ਬਾਰੇ ਸਾਡੀ ਗੱਲਬਾਤ ਨਿਰੰਤਰ ਜਾਰੀ ਰਹੇਗੀ ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਰਣਵੀਰ ਤ੍ਰਿਹਨ ਜੀ ਨਾਲ ਤੁਸੀਂ ਗੱਲ ਕੀਤੀ ਸੀ ਪਹਿਲੋਂ ਕਿ ਅੱਛੇ ਦਿਨ ਬਾਈਡਨ ਦੇ ਆਉਣ ਨਾਲ ਆ ਗਏ ਨੇ ਪਰ ਜਿਨ੍ਹਾਂ ਨੇ ਅੱਛੇ ਦਿਨ ਦਾ ਕਨਸੈਪਟ ਲੈ ਕੇ ਆਂਦਾ ਸੀ ਪ੍ਰਾਈਮ ਮਿਨਿਸਟਰ ਮੋਦੀ ਉਹ ਤਾਂ ਇੰਡੀਆ ਦੇ ਵਿੱਚ ਬੜੀ ਬੁਰੀ ਹਾਲਤ ਬਣੀ ਪਈ ਆ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਪਏ ਹੋ ਕਿ ਜਿੰਨਾ ਪ੍ਰਾਈਮ ਮਿਨਿਸਟਰ ਮੋਦੀ ਨੇ ਕੋਸ਼ਿਸ਼ ਕੀਤੀ ਸੀ ਪ੍ਰੈਜ਼ੀਡੈਂਟ ਟਰੰਪ ਦੇ ਨੇੜਤਾ ਬਣਾ ਕੇ ਖੁੱਲ੍ਹੇ ਰੂਪ ਦੇ ਵਿੱਚ ਸਪੋਰਟ ਕਰ ਦੇਣੀ ਔਰ ਭਾਈਚਾਰਾ ਵੀ ਨਾਲ ਜੁੜ ਗਿਆ ਸੀਗਾ ਹੁਣ ਤੁਸੀਂ ਕਿਵੇਂ ਦੇਖਦੇ ਹੋ ਬਾਈਡਨ ਪ੍ਰਸ਼ਾਸਨ ਦਾ ਭਾਰਤ ਨਾਲ ਕਿਸ ਤਰ੍ਹਾਂ ਦਾ ਸੰਬੰਧ ਰਹੂਗਾ ਹਾਂਜੀ ਮੈਂ ਤੁਹਾਨੂੰ ਪਹਿਲਾਂ ਯਾਦ ਕਰਾ ਦਾਂ ਕਿ ਮੈਂ ਐਡਮਾਇਰਰ ਹਾਂ ਪ੍ਰਾਈਮ ਮਿਨਿਸਟਰ ਮੋਦੀ ਦਾ ਹੀ ਇਜ਼ ਪੈਟਰੀਓਟਿਕ ਹੀ ਇਜ਼ ਹਾਰਡ ਵਰਕਿੰਗ ਹੀ ਇਜ਼ ਇਨਕਰਪਟੇਬਲ ਆਈ ਮੀਨ ਦੋਜ਼ ਆਰ ਆਲ ਗੁੱਡ ਥਿੰਗ ਐਂਡ ਇਜ਼ totally unselfish, unlike
you know, he has no economic interest. So there's all wonderful things. लेकिन जो ट्रंप नाल खड़े होके उन्होंने सपोर्ट किया सी वो मेरे ख्याल है मेरे हम्बल ओपिनियन चाहे वो गलत सीगा लेकिन बाइडेन एडमिनिस्ट्रेशन is not going to think of it. I think Biden administration is as strong an ally of India as Trump was. And Trump was strong ally of India, although on many policies he had done things against India. So, फला तो pandemic ਦੀ ਗੱਲ ਕਰ ਰਹੇ ਹਾਂ America which by the American government itself and Indians in America and other people in America are sending all the aid they possibly can in whatever form they can to India. It's a very unfortunate situation. Some of it could be avoided, we know that. And some of it you just don't know, it will happen. So hopefully in the next few months things get better and India gets back on a footing. But American policy will be strongly aligned with India. The Quad relationship will keep on going. That's a very important relationship. And I think the US realizes also that China is a belligerent country. It has become, power mad, I would think, and they're having disagreements and fights with all countries around them, start from South Korea, Japan, Taiwan, Vietnam, even Indonesia and Philippines, and then India, of course. So, the US and India relationship is very strong on the defense front. And मेरा अपना ख्याल है, हाले हो पता नहीं हो रहा कितना हो रहा कि some American companies will relocate to India from China if they can. So, but India has to provide the right opportunity for them. So I see that relationship, and there are a lot of Indian Americans in the new government also, much more than actually, frankly, under Trump. So I think that doesn't hurt. ਤੁਸੀਂ ਇੱਕ ਸਟੈਪ ਮੇਰੇ ਤੋਂ ਪਹਿਲਾਂ ਚਲੇ ਜਾਂਦੇ ਹੋ ਮੈਂ ਚਾਈਨਾ ਇੰਡੀਆ ਅਮਰੀਕਾ ਦੇ ਰਿਲੇਸ਼ਨਸ਼ਿਪ ਬਾਰੇ ਗੱਲ ਕਰਨੀ ਸੀ ਤੁਸੀਂ ਟੱਚ ਕਰ ਲਿਆ ਬਹੁਤ ਚੰਗਾ ਕੀਤਾ ਜਿਵੇਂ ਤੁਸੀਂ ਗੱਲ ਕੀਤੀ ਬਹੁਤ ਸਾਰੀਆਂ ਅਮਰੀਕਨ ਕੰਪਨੀਆਂ ਮੂਵ ਕਰ ਸਕਦੀਆਂ ਨੇ ਇੰਡੀਆ ਦੇ ਵਿੱਚ ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਵੇਂ ਦੇਖਦੇ ਹੋ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਤੇ ਇਸ ਗੱਲ ਦਾ ਬੜਾ ਸ਼ੋਰ ਪਾਇਆ ਸੀ ਇਹਨਾਂ ਨੇ ਕਿ ਬਾਈਡਨ ਦੇ ਰਿਲੇਸ਼ਨਸ਼ਿਪ ਚਾਈਨਾ ਦੇ ਨਾਲ ਸੋ ਹਾਊ ਯੂ ਸੀ US China relationship? US China relationship, I think, needed to be a little more, firmer under President Obama, in my opinion. It was not as firm as it needed to be. Mm-hmm. I think that's one area where we can give credit to President Trump. He brought clarity to the situation much more. And I think in that respect, I think President Biden is going to have a stronger relationship, will guard America's interests better against China going forth. And they are doing it in terms of critical parts, critical components. They are doing it in terms of the Quad. And there'll be other things coming up, I'm sure. So I think finally the Democrats who were not as firm against China, there was a more cooperative attitude, I think understand that now even more. And I think to that extent you have to give credit to the Republicans and President Trump. ਜਿਹੜੀਆਂ ਨਿਯੁਕਤੀਆਂ ਇਸ ਵੇਲੇ ਆਲਮੋਸਟ 5 ਦਰਜਨ ਤੋਂ ਉੱਪਰ ਭਾਰਤੀ ਭਾਈਚਾਰੇ ਦੀ ਅਪਾਇੰਟਮੈਂਟਸ ਕੀਤੀਆਂ ਜਾ ਚੁੱਕੀਆਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਨੀਰਾ ਟੰਡਨ ਜੀ ਜੇ ਉੱਧਰ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਸੈਨੇਟ ਨੇ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਹੁਣ ਲੈ ਕੇ ਨੇ ਆਪਣੇ ਨਾਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤੀ ਭਾਈਚਾਰੇ ਦੇ ਵਿੱਚ ਜਿਹੜੀ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ ਵਾਈਟ ਹਾਊਸ ਦੇ ਵਿੱਚ ਜਾਂ ਬਾਈਡਨ ਪ੍ਰਸ਼ਾਸਨ ਦੇ ਵਿੱਚ ਤਸੱਲੀ ਬਖਸ਼ ਹੈ ਜਾਂ ਸਮਝਦੇ ਹੋ ਕਿ ਭਾਰਤੀ ਭਾਈਚਾਰੇ ਦੇ ਵਿੱਚੋਂ ਅਜੇ ਕੁਝ ਹੋਰ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ मेरा ख्याल है काफ़ी आ गए ने मैंने कोटा सिस्टम मैनू ज़्यादा चंगा नहीं लगता सच्ची गल दसा सो
what we need is people who understand American interests and understand American values, and if they do, then they're naturally aligned with India. Okay, and I think that's more important. लेकिन कोटा सिस्टम ऐने होन या ज़्यादा होन, I don't believe in that. I think if there are smart people who understand what needs to be done, then that's important. ਅਜੇ ਸਵਾਲ ਤਾਂ ਹੋਰ ਬਹੁਤ ਸਾਰੇ ਨੇ, ਪਰ ਸਮਾਂ ਇਜਾਜ਼ਤ ਨਹੀਂ ਸਾਨੂੰ ਦੇ ਰਿਹਾ। ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਕੋਈ ਤੁਹਾਡੇ ਜ਼ਿਹਨ 'ਚ ਕੋਈ ਗੱਲ ਹੈਗੀ ਆ ਜਿਹੜੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ? But basically, America and India are close friends, will always be close friends, and Indian Americans always fondly remember India and are connected to India. And, the world is a better place today than it was. Thank you. ਬਹੁਤ ਸ਼ੁਕਰੀਆ। ਸਾਡੀ ਇਹ ਕੋਸ਼ਿਸ਼ ਹੈ ਕਿ ਅਜਿਹੇ ਐਕਸਪੀਰੀਅੰਸਡ ਤੇ ਇਸ ਬੈਕਗਰਾਊਂਡ ਵਾਲੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਇਹਨਾਂ ਦੇ ਵਿਚਾਰਾਂ ਤੋਂ ਤੁਹਾਨੂੰ ਵਾਕਫ ਕਰਾਈਏ, ਤਾਂ ਕਿ ਤੁਹਾਡੇ ਲਈ ਇੱਥੋਂ ਦੀ ਜਿਹੜੀ ਮੁੱਖ ਧਰਾਈ ਸਿਆਸਤ ਹੈ ਉਹਦੇ ਵਿੱਚ ਅਗਲੇ ਕਦਮ ਪੁੱਟਣੇ ਹੋਰ ਆਸਾਨ ਹੋਣ। ਸਾਡੇ ਦਰਸ਼ਕਾਂ ਨੇ ਦੇਖਿਆ ਕਿ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਦੀਆਂ ਕੁਝ ਨੀਤੀਆਂ ਠੀਕ ਲੱਗੀਆਂ, ਉਹਦੇ ਬਾਰੇ ਵੀ ਉਹਨਾਂ ਨੇ ਉਹਨਾਂ ਦੇ ਹੱਕ 'ਚ ਗੱਲ ਕੀਤੀ। ਇਹ ਇਹਨਾਂ ਦੇ ਤਜਰਬੇ ਦੇ ਉੱਤੇ ਆਧਾਰਿਤ ਇੱਕ ਗੱਲਬਾਤ ਹੈ, ਜਿਹਦੇ ਵਿੱਚ ਜੋ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਜਾਂ ਪਹਿਲੇ ਜਿਹੜੇ ਇਹਨਾਂ ਦੇ ਰਾਜਨੀਤਿਕ ਤਜਰਬੇ ਨੇ ਉਹਨਾਂ ਦੇ ਬੇਸ 'ਤੇ ਇਹਨਾਂ ਨੇ ਇਹ ਸਾਰੀ ਗੱਲਬਾਤ ਕੀਤੀ ਹੈ। ਫਿਰ ਦੁਬਾਰਾ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਨਵੇਂ ਮੁੱਦੇ ਦੇ ਨਾਲ ਹਾਜ਼ਰ ਹੋਵਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ PTC। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। Thank you, Ji.